ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਲਗਾਤਾਰ ਆਪਣੀਆਂ ਰਾਜਨੀਤਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਭਾਜਪਾ ਵੱਲੋਂ ਵੀ ਲਗਾਤਾਰ ਪ੍ਰੈਸ ਵਾਰਤਾ ਕਰ ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਤੇ ਸਵਾਲ ਚੁੱਕੇ ਜਾ ਰਹੇ ਨੇ। ਇਸੇ ਕੜੀ ਵਿੱਚ ਜ਼ਿਲ੍ਹਾ ਪਠਾਨਕੋਟ ਵਿੱਚ ਅੱਜ ਭਾਜਪਾ ਦੇ ਨੇਤਾ ਅਤੇ ਪਠਾਨਕੋਟ ਦੇ ਸਾਬਕਾ ਮੇਅਰ ਅਨਿਲ ਵਾਸੂਦੇਵਾ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ। ਇਸ ਪ੍ਰੈਸ ਵਾਰਤਾ ਵਿੱਚ ਭਾਜਪਾ ਦੇ ਜ਼ਿਲ੍ਹਾ ਮਹਾਮੰਤਰੀ ਸੁਰੇਸ਼ ਸ਼ਰਮਾ ਅਤੇ ਮੰਡਲ ਅਧਿਕਸ਼ ਸ਼ਮਸ਼ੇਰ ਠਾਕੁਰ ਨੇ ਵੀ ਸ਼ਿਰਕਤ ਕੀਤੀ। ਇਸ ਪ੍ਰੈਸ ਵਾਰਤਾ ਵਿੱਚ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਗਿਣਵਾਇਆ ਗਿਆ। ਉੱਥੇ ਹੀ ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਉਹਨਾਂ ਸਹੂਲਤਾਂ ਦਾ ਲਾਭ ਆਪਣੇ ਚਹੇਤਿਆਂ ਨੂੰ ਗਲਤ ਢੰਗ ਨਾਲ ਦਿਵਾਉਣ ਦੀ ਗੱਲ ਕਹੀ ਗਈ। ਸਾਬਕਾ ਮੇਅਰ ਅਨਿਲ ਵਾਸੂਦੇਵਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਅੰਮ੍ਰਿਤ ਯੋਜਨਾ, ਜਿਨ੍ਹਾਂ ਨੂੰ ਪਠਾਨਕੋਟ ਵਿਧਾਇਕ, ਮੇਅਰ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਾਇਆ ਜਾ ਰਿਹਾ। ਇਸ ਦੇ ਨਾਲ ਹੀ ਸ਼ਹਿਰ ਪਠਾਨਕੋਟ ਵਿੱਚ ਓਟੀਜੀ ਖੇਤਰ ਵਿੱਚ ਹੋ ਰਹੇ ਨਿਰਮਾਣ ਕਾਰਜਾਂ ਤੇ ਵੀ ਸਵਾਲ ਚੁੱਕੇ ਗਏ। ਇਸ ਦੇ ਨਾਲ ਹੀ ਸ਼ਹਿਰ ਪਠਾਨਕੋਟ ਵਿੱਚ ਕੂੜੇ ਦੀ ਨਿਕਾਸੀ ਅਤੇ ਅਵਾਰਾ ਪਸ਼ੂਆਂ ਨਾਲ ਹੋਣ ਵਾਲੀ ਔਕੜਾਂ ਨੂੰ ਲੈ ਕੇ ਵਿਧਾਇਕ, ਮੇਅਰ ਅਤੇ ਪੰਜਾਬ ਸਰਕਾਰ ਨੂੰ ਵੀ ਘੇਰਿਆ ਗਿਆ। ਆਓ ਸੁਣਦੇ ਹਾਂ ਪ੍ਰੈਸ ਵਾਰਤਾ ਵਿੱਚ ਸਾਬਕਾ ਮੇਅਰ ਅਨਿਲ ਵਾਸੂਦੇਵਾ ਨੇ ਹੋਰ ਕੀ ਕਿਹਾ। पीएम आवास योजना, प्रधानमंत्री आवास योजना ਜਿਹੜੀ ਇੱਕ ਸੈਂਟਰ ਗਵਰਨਮੈਂਟ ਦੀ ਬਹੁਤ ਫਲੈਗਸ਼ਿਪ ਇੱਕ ਯੋਜਨਾ, ਔਰ ਜਿਹਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਵਾਅਦਾ ਕੀਤਾ ਸੀ ਬਹੁਤ ਸਾਰੇ ਘਰ ਲੋਕਾਂ ਨੂੰ ਦੇਣ ਦਾ, ਉਹਦੇ ਵਿੱਚ ਬਹੁਤ ਹੀ ਢਿੱਲਾ, ਔਰ ਕਿਸ ਕਾਰਨ ਦੇ ਵਿੱਚ ਦੇ ਕਾਰਨ ਉਹ ਢਿੱਲਾ ਕੰਮ ਹੋ ਰਿਹਾ ਹੈ, ਮੈਂ ਉਹਦੇ ਬਾਰੇ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਦੇ ਲਈ ਇੱਥੇ ਖੇਚਲ ਦਿੱਤੀ ਹੈ। ਅੱਜ ਤੱਕ 945 ਕੇਸ ਜਿਹੜੇ ਹੈਗੇ ਆ ਉਹ ਆਵਾਸ ਯੋਜਨਾ ਦੇ ਅੰਦਰ ਸੈਂਕਸ਼ਨ ਹੋਏ ਆ। ਔਰ ਅਗਰ ਮੈਂ ਤੁਹਾਨੂੰ ਉਹਦੀ ਡਿਸਬਰਸਮੈਂਟ ਦਾ ਤਰੀਕਾ ਦੱਸਾਂ, ਕਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਮਿਸਯੂਜ਼ ਕਰਕੇ ਇਹ ਉਸ ਯੋਜਨਾ ਦੇ ਅੰਦਰ ਲੋਕਾਂ ਦੇ ਖਾਤਿਆਂ ਦੇ ਅੰਦਰ ਪੈਸੇ ਪਵਾਏ ਜਾ ਰਹੇ ਆ। ਇੱਕ ਇੱਕ ਨੂੰ ਪਹਿਲੇ ਸੁਨੇਹਾ ਦਿੱਤਾ ਜਾਂਦਾ ਹੈ ਕਿ ਐਮਐਲਏ ਸਾਹਿਬ ਦੇ ਘਰ ਆਓ, ਮੇਅਰ ਸਾਹਿਬ ਦੇ ਦਫ਼ਤਰ ਆਓ। ਉੱਥੇ ਜਿਸਲੇ ਆ ਕੇ ਉਹ ਅਗਲਾ ਹੱਥ ਜੋੜ ਕੇ ਖੜਾ ਹੁੰਦਾ ਹੈ ਕਿ ਅੱਛਾ ਤੁਹਾਡੇ ਪੈਸੇ ਪੈਣੇ ਹੈ, ਔਰ ਫਿਰ ਉਹਦੇ ਖਾਤੇ 'ਚ ਬੰਦੇ ਨੂੰ ਨੋਟ ਕਰਾਉਂਦੇ, ਲਓ ਜੀ ਇਹਦੇ ਪੈਸੇ ਪਵਾ ਦਿਓ। ਮੈਂ ਪੁੱਛਣਾ ਚਾਹੁੰਦਾ ਐਮਐਲਏ ਸਾਹਿਬ ਨੂੰ ਔਰ ਪਠਾਨਕੋਟ ਦੇ ਮੇਅਰ ਨੂੰ ਵੀ ਕਿ ਕਿਆ ਪੈਸੇ ਉਹਨਾਂ ਦੇ ਆਪਣੇ ਪੈਸੇ ਕਿ ਔਰ ਕਿਆ ਅਸੀਂ ਇੱਕ ਗਰੀਬ ਦੀ ਗਰੀਬੀ ਦਾ ਮਜ਼ਾਕ ਉਡਾ ਰਹੇ। ਅਸੀਂ ਭਾਰਤੀ ਜਨਤਾ ਪਾਰਟੀ ਦੇ ਲੋਕ ਡੀਸੀ ਸਾਹਿਬ ਨੂੰ ਮਿਲੇ ਔਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਨਾ ਕੇਵਲ ਇਸ ਗੱਲ ਦਾ ਵਿਰੋਧ ਕਰਾਂਗੇ, ਧਰਨੇ ਦੇਵਾਂਗੇ, ਔਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸਕੀਮ ਦਾ ਅਗਰ ਇਸ ਤਰੀਕੇ ਦੇ ਨਾਲ ਮਜ਼ਾਕ ਉਡਾਇਆ ਜਾਏਗਾ ਤੇ ਅਸੀਂ ਹਰ ਤਰੀਕੇ ਦਾ ਆਪਣਾ ਡੈਮੋਕ੍ਰੈਟਿਕ ਰਾਈਟ ਦਾ ਇਸਤੇਮਾਲ ਕਰਾਂਗੇ। ਔਰ ਉਹਦੇ ਸਦਕਾ ਅਸੀਂ ਅਫਸਰਾਂ ਨਾਲ ਵੀ ਗੱਲ ਕੀਤੀ, ਉਹਦੇ ਸਦਕਾ ਇਹਨਾਂ ਨੇ ਆਰਡਰ ਵੀ ਲਿਆ। ਮੈਨੂੰ ਪਤਾ ਲੱਗਾ ਕਿ ਸਾਰਿਆਂ ਦੇ ਖਾਤੇ ਦੇ ਵਿੱਚ ਪੈਸੇ ਪਾਉਣ ਦਾ, ਔਰ ਅਗਲੇ 2-3 ਦਿਨਾਂ ਦੇ ਅੰਦਰ ਸਾਰੇ ਬੈਨੀਫਿਸ਼ਰੀ ਦੇ ਖਾਤੇ ਦੇ ਵਿੱਚ ਪਹਿਲੀ ਕਿਸ਼ਤ ਜਿਹੜੀ ਉਹ ਪੈ ਜਾਣੀ ਹੈ। ਲੇਕਿਨ ਮੈਂ ਪ੍ਰਸ਼ਨ ਕਰਨਾ ਚਾਹੁੰਦਾ, ਸਿਰਫ ਸ਼੍ਰੇ ਲੈਣ ਦੇ ਲਈ, ਸਿਰਫ ਕ੍ਰੈਡਿਟ ਲੈਣ ਦੇ ਲਈ ਇੱਕ ਗਰੀਬ ਦੀ ਗਰੀਬੀ ਦਾ ਮਜ਼ਾਕ ਉਡਾਉਣਾ, ਔਰ ਜਿਹਨੂੰ ਇੰਨੀ ਦੇਰ ਦੀ ਉਡੀਕ, ਬਹੁਤ ਸਾਰੇ ਲੋਕ ਐਸੇ ਆ ਉਹਦੇ ਵਿੱਚ ਜਿਹੜੇ ਸਾਡੇ ਕੋਲ ਆਉਂਦੇ ਹੈ ਔਰ ਜਿਨ੍ਹਾਂ ਦੇ ਬਰਸਾਤ ਦੇ ਸੀਜ਼ਨ ਦੇ ਅੰਦਰ ਜਿਨ੍ਹਾਂ ਦੀ ਛੱਤ ਚੋ ਰਹੀ ਸੀ, ਜਿਨ੍ਹਾਂ ਨੂੰ ਆਸ ਸੀ ਕਿ ਅਸੀਂ ਜਿਸਲੇ ਪਹਿਲੀ ਕਿਸ਼ਤ ਪੈ ਜਾਏਗੀ ਆਪਣਾ ਕੰਮ ਅਸੀਂ ਸ਼ੁਰੂ ਕਰਵਾ ਦੇਵਾਂਗੇ, ਉਹ ਕਿਸ਼ਤ ਨਹੀਂ ਪੈ ਸਕੀ ਕਿਉਂਕਿ ਐਮਐਲਏ ਸਾਹਿਬ ਵੱਲੋਂ ਜਿਹੜੀ ਸਕਰੂਟਨੀ ਹੋਣੀ ਸੀ, ਜਿਹੜੀ ਮੇਅਰ ਸਾਹਿਬ ਦੇ ਦਫ਼ਤਰ 'ਚ ਜਿਨ੍ਹਾਂ ਨੇ ਹਾਜ਼ਰੀ ਲਗਾਉਣੀ ਸੀ, ਉਹ ਹਾਜ਼ਰੀ ਦਾ ਕੰਮ ਕੰਪਲੀਟ ਨਹੀਂ ਹੋ ਪਾਇਆ ਸੀ। ਬੀਜੇਪੀ ਜਿਸ ਤਰ੍ਹਾਂ ਜਿੱਥੇ ਇਸ ਗੱਲ ਦੀ ਨਿਖੇਧੀ ਕਰਦੀ ਹੈ, ਇੱਦਾਂ ਦੀ ਗੱਲ ਸਾਡੇ ਧਿਆਨ ਦੇ ਵਿੱਚ ਕੋਈ ਵੀ ਗੱਲ ਆਉਣ ਦੇ ਵਿੱਚ ਅਸੀਂ ਇਸ ਗੱਲ ਦਾ ਵਿਰੋਧ ਕਰਾਂਗੇ, ਔਰ ਜਿਸ ਤਰੀਕੇ ਦਾ ਧਰਨਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੋਏਗੀ ਉਹ ਅਸੀਂ ਕਰਾਂਗੇ। ਸੋ ਇਹ ਇੱਕ ਬੜਾ ਇੰਪੋਰਟੈਂਟ ਵਿਸ਼ੇ ਸੀ। ਮੈਂ ਅੱਜ ਅਫਸਰਾਂ ਨੂੰ ਵੀ ਕਿਹਾ, ਡੀਸੀ ਸਾਹਿਬ ਨੇ ਤੇ ਆਰਡਰ ਕਰ ਦਿੱਤੇ, ਕਮਿਸ਼ਨਰ ਸਾਹਿਬ ਦੇ ਹੈਸੀਅਤ ਦੇ ਨਾਲ ਆਰਡਰ ਕਰਤੇ ਕਿ ਸਾਰਿਆਂ ਨੂੰ ਜਿਹੜੇ ਬੈਨੀਫਿਸ਼ਰੀ ਹੈਗੇ, 300 ਬੈਨੀਫਿਸ਼ਰੀ ਹੈਗਾ ਜੀ, ਜਿਨ੍ਹਾਂ ਦੇ ਖਾਤੇ ਦੇ ਵਿੱਚ ਪਹਿਲੀ ਕਿਸ਼ਤ ਪੈਣੀ ਚਾਹੀਦੀ ਸੀ, ਉਹਨਾਂ ਨੂੰ ਇਕੱਠੇ ਬਿਨਾਂ ਕਿਸੇ ਦੇ ਦਫ਼ਤਰ ਬੁਲਾਏ, ਬਿਨਾਂ ਕਿਸੇ ਨੂੰ ਪਰੇਸ਼ਾਨ ਕੀਤੇ ਉਹਨਾਂ ਦੇ ਖਾਤੇ ਦੇ ਵਿੱਚ, ਅਗਰ ਉਹ ਠੀਕ ਬੈਨੀਫਿਸ਼ਰੀ ਹੈ, ਜਿਹਦੀ ਸਕਰੂਟਨੀ ਤੁਸੀਂ ਕਰ ਲਈ, ਜਿਹਨੂੰ ਸੈਂਕਸ਼ਨ ਲੈਟਰ ਤੁਸੀਂ ਦੇ ਦਿੱਤਾ, ਤੇ ਉਹਦੇ ਖਾਤੇ ਦੇ ਵਿੱਚ ਪੈਸੇ ਇਮੀਡੀਏਟਲੀ ਪੈਣੇ ਚਾਹੀਦੇ ਹੈ। ਇਹ ਪ੍ਰਧਾਨ ਮੰਤਰੀ ਦੀ ਬਹੁਤ ਵਧੀਆ ਇੱਕ ਯੋਜਨਾ ਸੀ। ਪਹਿਲੇ 1.5 ਲੱਖ ਅਮਾਊਂਟ ਸੀ, ਹੁਣ ਪੌਣੇ 2 ਲੱਖ ਹੋ ਗਿਆ। 1,75,000 ਰੁਪਇਆ ਕਿਸ਼ਤਾਂ ਦੇ ਵਿੱਚ ਕਿਸੇ ਦਾ ਘਰ ਬਣ ਜਾਏ, ਕਿਸੇ ਦਾ ਸੁਪਨਾ ਸਾਕਾਰ ਹੋ ਜਾਏ, ਜਿਹਦੇ ਘਰ ਦੀ ਛੱਤ ਚੁੰਦੀ ਹੈ, ਜਿਹਦਾ ਪਰਿਵਾਰ 'ਚ ਵਾਧਾ ਹੋਇਆ, ਉਹ ਆਪਣੇ ਘਰ ਦੇ ਵਿੱਚ ਕਮਰਾ ਬਣਾਉਣਾ ਚਾਹੁੰਦਾ ਹੈ, ਉਹਦਾ ਕਮਰਾ ਬਣ ਜਾਏ।
ਇਸ ਲਈ ਇਹ ਯੋਜਨਾ ਜਿਹੜੀ ਚੱਲੀ ਸੀ ਔਰ ਉਹਨੂੰ ਰੋਕਣ ਦਾ ਕੰਮ ਪੰਜਾਬ ਦੀ ਸਰਕਾਰ ਔਰ ਪਠਾਨਕੋਟ ਦੇ ਵਿਧਾਇਕ ਸ਼੍ਰੀ ਅਮਿਤ ਵਿਜ ਜੀ ਨੇ ਔਰ ਮੇਅਰ ਪੰਨਾ ਲਾਲ ਭਾਟੀਆ ਜੀ ਨੇ ਕੀਤਾ ਔਰ ਜਿਹੜੀ ਦੇਰ ਲੱਗੀ ਹੈ ਇਹ ਸਿਰਫ ਇਹਨਾਂ ਦੀ ਆਪਣੇ ਇੱਕ ਈਗੋ ਦੀ ਸੈਟੀਸਫੈਕਸ਼ਨ ਕਿ ਉਹ ਵਿਅਕਤੀ ਸਾਡੇ ਕੋਲ ਆ ਕੇ ਹਾਜ਼ਰੀ ਲਗਾਏ ਇਸ ਕਾਰਨ ਲੱਗੀ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਪੈਸੇ ਪੈਣ ਦੇ ਵਿੱਚ ਦੇਰੀ ਹੋਈ ਹੈ ਲੇਕਿਨ ਉਹਨਾਂ ਦਾ ਇੰਤਜ਼ਾਰ ਹੁਣ ਖਤਮ ਹੋ ਰਿਹਾ ਅਗਲੇ 2-3 ਦਿਨਾਂ ਦੇ ਅੰਦਰ ਅੰਦਰ ਉਹਨਾਂ ਸਾਰੇ ਖਾਤਿਆਂ ਦੇ ਵਿੱਚ ਪੈਸੇ ਪੈਣ ਵਾਲੇ ਹੈ। ਔਰ ਦੂਸਰਾ ਇੱਕ ਵਿਸ਼ੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਵੀ ਧਿਆਨ ਦੇ ਵਿੱਚ ਆਇਆ ਹੋਵੇਗਾ ਅਸੀਂ ਇਹਦੇ ਬਾਰੇ ਦੇ ਵਿੱਚ ਜਦੋਂ ਬੀਜੇਪੀ ਦੁਆਰਾ ਸੰਚਾਲਿਤ ਕਾਰਪੋਰੇਸ਼ਨ ਪਠਾਨਕੋਟ ਦੇ ਵਿੱਚ ਸੀਗੀ ਅਸੀਂ ਲਗਾਤਾਰ ਇਸ ਵਿਸ਼ੇ ਦੇ ਉੱਪਰ ਕੰਮ ਕਰਦੇ ਰਹੇ ਹਾਂ ਕੋਰਸਪੋਂਡੈਂਸ ਮੇਰੇ ਨਾਲ ਕੋਈ ਵਾਦ ਵਿਵਾਦ ਵੀ ਇਸ ਵਿਸ਼ੇ ਦੇ ਵਿੱਚ ਕਰਨਾ ਚਾਹੇ ਤਾਂ ਮੈਂ ਉਹਦੇ ਲਈ ਵੀ ਤਿਆਰ OTG ਖੇਤਰ ਦੇ ਅੰਦਰ ਅੱਜ ਦੇ ਦਿਨ ਦੇ ਵਿੱਚ ਵੀ ਜਿਸ ਕਾਰਨ ਨਿਰਮਾਣ ਤੇ ਰੋਕ ਲੱਗੀ ਹੈ ਉਹਦਾ ਕੋਈ ਆਧਾਰ ਨਹੀਂ ਹੈ ਇਹ ਸਿਰਫ ਆਧਾਰ ਭ੍ਰਸ਼ਟਾਚਾਰ ਹੈ ਭ੍ਰਸ਼ਟਾਚਾਰ ਨੂੰ ਕਰਪਸ਼ਨ ਨੂੰ ਵਧਾਵਾ ਦੇਣ ਦੇ ਲਈ ਉੱਥੇ ਬਿਲਡਿੰਗ ਰੋਕੀ ਜਾਂਦੀ ਹੈ ਫਿਰ ਸ਼ਨੀਵਾਰ ਬਿਲਡਿੰਗ ਬਣ ਜਾਂਦੀ ਹੈ ਹੌਲੀ ਹੌਲੀ ਕਰਕੇ ਉਹਦਾ ਕੰਮ ਚੱਲਦਾ ਰਹਿੰਦਾ ਹੈ ਅਸੀਂ ਪ੍ਰਯਾਸ ਕਰਕੇ ਨਗਰ ਨਿਗਮ ਨੇ ਮਤਾ ਪਾਸ ਕੀਤਾ ਸੀ 100 ਮੀਟਰ ਦੇ ਤੋਂ ਬਾਹਰ ਜਿਹੜੀ ਹੈ ਉਹ ਨਿਰਮਾਣ ਦੀ ਕਾਰਵਾਈ ਹੋ ਸਕਦੀ ਹੈ DC ਸਾਹਿਬ ਦੇ ਆਰਡਰ ਹੈ ਐਸ DM ਪਠਾਨਕੋਟ 50 ਮੀਟਰ ਤੋਂ ਬਾਹਰ ਜਿਹੜੀ ਹੈ ਉਹ ਕਾਰਵਾਈ ਹੋ ਸਕਦੀ ਹੈ ਮਿਨਿਸਟਰੀ ਆਫ ਡਿਫੈਂਸ ਅਕਤੂਬਰ 2016 ਦੇ ਵਿੱਚ ਜਿਨ੍ਹਾਂ ਨੇ ਚਿੱਠੀ ਲਿਖ ਕੇ ਕਹਿਤਾ ਕਿ 10 ਮੀਟਰ ਤੋਂ ਬਾਹਰ ਨਿਰਮਾਣ ਦੀ ਕਾਰਵਾਈ ਹੋ ਸਕਦੀ ਹੈ ਮੈਂ ਪਠਾਨਕੋਟ ਦੇ ਵਿਧਾਇਕ ਤੋਂ ਪੁੱਛਣਾ ਚਾਹਨਾ ਪਠਾਨਕੋਟ ਦੇ ਮੇਅਰ ਤੋਂ ਵੀ ਮੈਂ ਪੁੱਛਣਾ ਚਾਹਨਾ ਕਿ ਅੱਜ ਤੱਕ ਅਸੀਂ ਇਹ ਨਿਰਮਾਣ ਦੀ ਇਜਾਜ਼ਤ ਜਿਹਦਾ ਮਤਾ ਅਸੀਂ ਨਗਰ ਨਿਗਮ ਦੇ ਅੰਦਰ ਪਾਸ ਕੀਤਾ ਸੀ ਪੰਜਾਬ ਸਰਕਾਰ ਕਿਉਂਕਿ 2017 ਜਨਵਰੀ ਤੋਂ ਬਾਅਦ ਕਾਂਗਰਸ ਦੀ ਸਰਕਾਰ ਉੱਥੇ ਆਈ ਪਹਿਲੇ ਮਤਾ ਪਾਸ ਕਰਨ ਦੇ ਅੰਦਰ ਦੇਰੀ ਹੋਈ ਫਿਰ ਉਹਦੇ ਵਿੱਚ ਜਿਹੜੀ ਕਾਰਵਾਈ ਹੋਣੀ ਸੀ ਸਾਡੇ ਸਮੇਂ ਤੱਕ ਅਸੀਂ ਉਹਨੂੰ ਪੂਰਾ ਕਰਵਾਇਆ ਔਰ ਮੈਂ ਤੁਹਾਨੂੰ ਕੇਸ ਵੀ ਦੱਸ ਸਕਦਾ ਡਾਕਟਰ ਸੁਭਾਸ਼ ਦਾ ਨਰਸਿੰਗ ਹੋਮ ਮਰ ਰਿਹਾ ਜਿਹਦੇ ਵਿੱਚ ਫੈਬਰੂਰੀ 2020 ਦੇ ਪੈਸੇ ਜਮ੍ਹਾਂ ਹੈ ਜਿਸ ਕੇਸ ਦੇ ਅੰਦਰ ਪਿਕ ਐਂਡ ਚੂਜ਼ ਕਰਕੇ ਕਿਸੇ ਦੇ ਜਮ੍ਹਾਂ ਕਰ ਦਿਓ ਕਿਸੇ ਦੇ ਰਹਿਣ ਦਿਓ ਕਿਸੇ ਦਾ ਬਣਨ ਦਿਓ ਕਿਸੇ ਦਾ ਕੰਮ ਰੋਕ ਦਿਓ ਮੇਰੇ ਕੋਲ ਜਿਨ੍ਹਾਂ ਦੇ ਕੰਮ ਰੋਕੇ ਜਾ ਰਹੇ ਉਹਨਾਂ ਦਾ ਵੀ ਪ੍ਰੂਫ ਹੈ ਜਿਨ੍ਹਾਂ ਦੇ ਕੰਮ ਬਾਅਦ ਚ ਚੱਲ ਪੈਂਦੇ ਆ ਉਹ ਵੀ ਮੇਰੀ ਜਾਣਕਾਰੀ ਹੈ ਜਿਹੜਾ ਨਿਰਮਾਣ ਦਾ ਜਾਂ ਕਾਲੋਨੀਜ਼ ਆ ਜਾਂ ਇਲੀਗਲ ਕਾਲੋਨੀਜ਼ ਦਾ ਕੰਮ ਉਸ ਖੇਤਰ ਦੇ ਅੰਦਰ ਹੋ ਰਿਹਾ ਮੈਨੂੰ ਉਹਦੀ ਵੀ ਮੇਰੇ ਕੋਲ ਜਾਣਕਾਰੀ ਹੈ ਮੈਂ ਪੁੱਛਣਾ ਚਾਹਨਾ ਕਿ ਅਸੀਂ ਕੰਸਟਰਕਸ਼ਨ ਜੇ 100 ਮੀਟਰ ਤੋਂ ਵੱਧ ਨਗਰ ਨਿਗਮ ਕਹਿੰਦੀ ਹੈ 50 ਮੀਟਰ ਤੋਂ ਵੱਧ DC ਪਠਾਨਕੋਟ ਕਹਿ ਰਿਹਾ ਅਸੀਂ ਉਹਨਾਂ ਦੀ ਇਜਾਜ਼ਤ ਕਿਉਂ ਨਹੀਂ ਦੇ ਰਹੇ ਕਿ ਭ੍ਰਿਸ਼ਟਾਚਾਰ ਨੂੰ बढ़ावा ਕਰਨ ਵਾਲੀ ਗੱਲ ਨਹੀਂ ਹੈ ਔਰ ਨਗਰ ਨਿਗਮ ਦਾ ਕਿੰਨਾ ਨੁਕਸਾਨ ਕਰ ਰਹੇ ਹੈ ਰੈਵਨਿਊ ਦਾ ਨਗਰ ਨਿਗਮ ਦਾ ਰੈਵਨਿਊ ਕਿੰਨਾ ਵਧਣਾ ਸੀ ਜੇ ਉੱਥੇ ਘਰ ਬਣਾਉਣ ਵਾਲਾ ਕਮਰਸ਼ੀਅਲ ਅਦਾਰਾ ਬਣਾਉਣ ਵਾਲਾ ਉਹ ਨਕਸ਼ਾ ਪਾਸ ਕਰਕੇ ਆਪਣਾ ਘਰ ਬਣਾਉਂਦਾ ਇਹਦੇ ਲਈ ਕੀ ਪ੍ਰਯਾਸ ਹੋਇਆ ਮੈਂ ਇਹਦੀ ਜਾਣਕਾਰੀ ਜਿਹੜੀ ਹੈ ਪਠਾਨਕੋਟ ਦੇ ਵਿਧਾਇਕ ਔਰ ਮੇਅਰ ਕੋਲੋਂ ਲੈਣਾ ਚਾਹੁੰਦਾ ਇਹ ਇੱਕ ਬਹੁਤ ਇੰਪੋਰਟੈਂਟ ਵਿਸ਼ੇ ਹੈ ਇਸ ਵਿਸ਼ੇ ਨੂੰ ਅਸੀਂ ਜਿੱਤਣਾ ਵੀ ਬਹੁਤ ਸਾਰਾ ਮੈਂ ਇਹਦੇ ਵਿੱਚ ਪ੍ਰੂਫ ਵੀ ਐਵੀਡੈਂਸ ਵੀ ਮੇਰੇ ਧਿਆਨ ਦੇ ਵਿੱਚ ਹੈਗੇ ਆ ਸਮੇਂ ਆਉਣ ਤੇ ਮੈਂ ਉਹ ਵੀ ਦੱਸਾਂਗਾ ਔਰ ਇਸ ਤੋਂ ਇਲਾਵਾ ਅੰਮ੍ਰਿਤ ਯੋਜਨਾ ਦੇ ਅੰਦਰ 5 ਪਾਰਕ ਪਠਾਨਕੋਟ ਦੇ ਅੰਦਰ ਮਨਜ਼ੂਰ ਹੋਏ ਸੀ ਉਹਨਾਂ ਦੇ ਟੈਂਡਰ ਵੀ ਲੱਗੇ ਸ਼ਿਮਲਾ ਪਹਾੜੀ ਦਾ ਲਗਭਗ ਮੇਰੇ ਧਿਆਨ ਦੇ ਵਿੱਚ ਲਗਭਗ ਕੋਈ 40-42 ਲੱਖ ਦਾ ਜਾਂ 25 ਲੱਖ ਤੋਂ ਉੱਪਰ ਦਾ ਟੈਂਡਰ ਸੀਗਾ ਉੱਥੇ ਪੱਥਰ ਵੀ ਲੱਗਾ ਹੋਇਆ ਅੱਜ ਉਸ ਪੱਥਰ ਨੂੰ ਲੱਗੇ ਮੈਂ ਲਗਭਗ 2.5 ਸਾਲ ਹੋ ਗਏ ਹੋਣੇ ਤੁਸੀਂ ਜਾ ਕੇ ਦੇਖੋ ਉੱਥੇ ਕੋਈ ਕੰਮ ਹੋਇਆ ਇਹ ਸਿਰਫ ਪੱਥਰ ਲਗਾਉਣ ਦੇ ਲਈ ਉਦਘਾਟਨ ਕਰਨ ਦੇ ਲਈ ਇਹ ਸਾਰੇ ਕੰਮਾਂ ਦੀ ਯੋਜਨਾ ਬਣੀ ਸੀ ਕਿ ਲੋਕਾਂ ਨੂੰ ਲਾਭ ਦੇਣ ਦੇ ਲਈ ਯੋਜਨਾ ਬਣੀ ਸੀ ਚਿਲਡਰਨ ਪਾਰਕ ਵਾਰਡ ਨੰਬਰ 9 ਦੇ ਅੰਦਰ ਇਹਦਾ 15 ਲੱਖ ਦਾ ਟੈਂਡਰ ਸੀ ਸਭ ਤੋਂ ਪਹਿਲੇ ਤੇ ਸਤੰਬਰ 2019 ਦਾ ਪਾਸ ਹੋਇਆ ਦਾ ਅਫਸਰਾਂ ਦੇ ਰਾਹੀਂ ਕੰਮ ਰੁਕਵਾਇਆ ਗਿਆ ਕਾਰਪੋਰੇਸ਼ਨ ਦੇ ਚੁਣਾਵ ਦੇ ਲਾਗੇ ਛਾਗੇ ਇਹਦਾ ਉਦਘਾਟਨ ਕੀਤਾ ਗਿਆ ਔਰ ਅੱਜ ਤੁਸੀਂ ਉਹਦਾ ਹਾਲਾਤ ਦੇਖੋ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਨੂੰ ਵੀ ਅੱਜ 8 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ 9 ਮਹੀਨੇ ਦੇ ਅੰਦਰ ਸਿਰਫ ਦੀਵਾਰ ਨੂੰ ਢਾਇਆ ਗਿਆ ਔਰ ਦੀਵਾਰ ਨੂੰ ਦੁਬਾਰਾ ਬਣਾਇਆ ਗਿਆ ਇਹ ਕਿਆ ਠੇਕੇਦਾਰ ਨੂੰ ਬੈਨੀਫਿਟ ਦੇਣ ਦੇ ਲਈ ਕੰਮ ਕਰਾਇਆ ਗਿਆ ਕਿ ਲੋਕਾਂ ਦੇ ਬੈਨੀਫਿਟ ਦੇ ਲਈ ਇਹ ਕੰਮ ਕੀਤਾ ਗਿਆ ਜਿਹੜਾ ਉੱਥੇ ਇੱਕ ਸਮਾਰਕ ਜਿਹਦੇ ਲਈ ਅਸੀਂ ਬੇਨਤੀ ਕੀਤੀ ਸੀ ਕਿ ਉਹ ਸਮਾਰਕ ਨੂੰ ਬਹੁਤ ਵਧੀਆ ਬਣ ਕੇ ਉਹਦੀ ਇਸ ਤਰੀਕੇ ਨਾਲ ਉਹਦੀ ਗਰਿਮਾ
ਰਹਿਣੀ ਚਾਹੀਦੀ ਹੈ, ਜਿਹੜੀ ਕੋਈ ਸਮਾਰਕ ਲੱਗੇ ਉੱਤੇ ਇੱਕ ਪੈਸਾ ਵੀ ਨਹੀਂ ਲੱਗਾ। ਔਰ ਮੈਨੂੰ ਐਸਾ ਲੱਗਦਾ ਹੈ ਕਿ ਇੱਕੋ ਗਜ਼ੀਬੋ ਔਰ ਇੱਕ ਦੀਵਾਰ ਨੂੰ ਢਾਹ ਕੇ ਦੀਵਾਰ ਬਣਾਉਣ ਦੇ ਵਿੱਚ ਇਹਨਾਂ ਨੇ ਕੰਮ ਖਤਮ ਕਰ ਦਿੱਤਾ ਹੋਣਾ। ਤੁਸੀਂ ਜਾ ਕੇ ਵੇਖੋ, ਕਿਆ ਉਹ ਲੱਗਦਾ ਹੈ ਕਿ ਉਸ ਪਾਰਕ ਦੇ ਅੰਦਰ ਕੋਈ ਵੀ ਕੰਮ ਹੋਇਆ? ਝੂਲੇ ਉੱਥੇ ਜ਼ਰੂਰ ਲੱਗੇ ਹੈ, ਪਰ ਮੈਨੂੰ ਪਤਾ ਝੂਲਿਆਂ ਦੀ ਕੀ ਕੀਮਤ ਹੈਗੀ। ਸੋ ਮੈਂ ਤੁਹਾਡੀ ਜਾਣਕਾਰੀ ਦੇ ਵਿੱਚ, ਜਿੱਥੇ ਬਹੁਤ ਸਾਰੇ ਕੰਮ ਸ਼ਹਿਰ ਦੇ ਅੰਦਰ ਹੋ ਰਹੇ, ਉਹਦੇ ਲਈ ਅਸੀਂ ਸਪੈਸ਼ਲੀ ਇੱਕ ਦਿਨ ਤੁਹਾਨੂੰ ਹੋਰ ਖੇਚਲ ਦੇ ਕੇ ਉਹ ਸਾਰੇ ਜਿਹੜੀ ਉਹਦੇ ਬਾਰੇ 'ਚ ਗੱਲਬਾਤ ਵੀ ਕਰਾਂਗੇ। ਲੇਕਿਨ ਮੈਂ ਪਠਾਨਕੋਟ ਦੇ ਐਮਐਲਏ ਨੂੰ ਵੀ ਪੁੱਛਣਾ ਚਾਹੁੰਦਾ, ਪਠਾਨਕੋਟ ਦੇ ਮੇਅਰ ਨੂੰ ਵੀ ਪੁੱਛਣਾ ਚਾਹੁੰਦਾ, ਇਹ ਗੱਲਾਂ ਕਰਨੀਆਂ ਤਾਂ ਬੜੀਆਂ ਸੌਖੀਆਂ ਹੈ, ਕੰਮ ਕਰਕੇ ਦੱਸੋ। ਅੱਜ ਸ਼ਹਿਰ ਦੇ ਅੰਦਰ ਗਾਰਬੇਜ ਦਾ, ਕੂੜੇ ਦਾ ਕੀ ਹਾਲ ਹੋ ਗਿਆ। ਮੈਂ ਹੈਲਥ ਆਫਿਸਰ ਨਾਲ 2 ਦਿਨ ਪਹਿਲੇ ਗੱਲ ਕਰ ਰਿਹਾ ਸੀ ਕਿ ਤੁਹਾਡੀ ਡੋਰ ਟੂ ਡੋਰ ਕਲੈਕਸ਼ਨ ਜਿਹਨੂੰ ਮੈਂ ਸ਼ੁਰੂ ਕੀਤਾ ਸੀ, ਭਾਰਤੀ ਜਨਤਾ ਪਾਰਟੀ ਦੁਆਰਾ ਸੰਚਾਲਿਤ ਨਗਰ ਨਿਗਮ ਨੇ ਜਿਹਨੂੰ ਸ਼ੁਰੂ ਕੀਤਾ ਸੀ, ਅੱਜ ਉਹ ਬਿਲਕੁਲ ਚਰਮਰਾ ਗਈ ਹੈ। ਤੁਹਾਡੇ ਲੋਕ ਰਿਕਸ਼ਾ ਛੱਡ ਕੇ ਜਾ ਰਹੇ ਹੈ, ਤੁਹਾਡੇ ਲੋਕਾਂ ਦੇ ਉੱਪਰ ਕੰਟਰੋਲ ਨਹੀਂ ਹੈ, ਔਰ ਕੂੜੇ ਦੇ ਢੇਰ ਹਰ ਪੁਆਇੰਟ ਦੇ ਅੰਦਰ। ਸੁਰੇਸ਼ ਸ਼ਰਮਾ ਜੀ ਸਾਡੇ ਮਹਾਮੰਤਰੀ ਸਾਹਿਬ ਇੱਥੇ ਬੈਠੇ ਹੈ, ਇਹਨਾਂ ਦੀ ਦੁਕਾਨ ਦੇ ਸਾਹਮਣੇ ਇੱਕ ਪੁਆਇੰਟ ਬਿਲਕੁਲ ਖਤਮ ਹੋ ਗਿਆ ਸੀ, ਅੱਜ ਉੱਥੇ ਸਵੇਰੇ ਔਰ ਸ਼ਾਮ ਕੂੜੇ ਦਾ ਹਾਲ ਦੇਖ ਲਓ। ਇਹੋ ਜਿਹੇ 25 ਪੁਆਇੰਟ ਮੈਂ ਸ਼ਹਿਰ ਦੇ ਅੰਦਰ ਗਿਣਾ ਸਕਦਾ ਜਿਨ੍ਹਾਂ ਦਾ ਮੈਂ ਨੋਟ ਬਣਾਇਆ ਹੋਇਆ, ਜਿੱਥੇ ਕੂੜਾ ਨਹੀਂ ਸੀ ਲੱਗਦਾ, ਅੱਜ ਪੂਰੇ ਤਰੀਕੇ ਦੇ ਨਾਲ ਕੂੜਾ ਜਿਹੜਾ ਹੈਗਾ ਉੱਥੇ ਲੱਗ ਰਿਹਾ, ਔਰ ਉਹਦਾ ਚੁੱਕਣ ਦਾ ਕੋਈ ਇੰਤਜ਼ਾਮ ਨਹੀਂ ਹੋ ਰਿਹਾ। ਔਰ ਤੁਹਾਨੂੰ ਧਿਆਨ 'ਚ ਹੋਏਗਾ ਤੁਹਾਡੇ ਕਿ ਅਸੀਂ ਪਠਾਨਕੋਟ 2021 ਦੇ ਸਵੱਛਤਾ ਸਰਵੇਖਣ ਵੱਲ ਅੱਗੇ ਵਧ ਰਿਹਾ। ਇੱਕ ਸਮਾਂ ਸੀ ਜਦੋਂ ਪਠਾਨਕੋਟ ਭਾਰਤੀ ਜਨਤਾ ਪਾਰਟੀ ਦੁਆਰਾ ਸੰਚਾਲਿਤ ਕਾਰਪੋਰੇਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਚੌਥੇ ਸਥਾਨ ਦੇ ਵਿੱਚ ਆ ਗਿਆ ਸੀ। ਅੱਜ ਕੂੜਾ ਹਰ ਜਗ੍ਹਾ ਤੇ ਨਜ਼ਰ ਆ ਰਿਹਾ, ਔਰ ਗਾਰਬੇਜ ਦੀ ਡਿਸਪੋਜ਼ਲ ਦੇ ਲਈ ਜਿਹੜੀ ਅਸੀਂ ਯੋਜਨਾ 2019 ਦੇ ਵਿੱਚ ਬਣਾਈ ਸੀ, ਉਹ ਅੱਜ ਇੰਪਲੀਮੈਂਟ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ। ਮੈਂ ਪੁੱਛਣਾ ਚਾਹੁੰਦਾ, ਇਹ ਡਿਲੇ ਕਿਆ ਚੁਣਾਵ ਨੂੰ ਮੱਦੇਨਜ਼ਰ ਰੱਖ ਕੇ ਹੈ ਕਿ ਲੋਕਾਂ ਨੂੰ ਇਸ ਸੁੱਖ ਤੋਂ ਲੋਕ ਪਠਾਨਕੋਟ ਦੇ ਵੰਚਿਤ ਰਹਿਣ, ਪਠਾਨਕੋਟ ਦੇ ਲੋਕ ਕੂੜੇ ਦੇ ਵਿੱਚ ਰਹਿਣ, ਪਠਾਨਕੋਟ ਦੇ ਲੋਕਾਂ ਦੇ ਘਰਾਂ ਦੇ ਔਰ ਗਲੀਆਂ ਦੇ ਮੋੜ ਤੇ, ਗਲੀਆਂ ਦੇ ਕੋਨੇ ਤੇ ਕੂੜਾ ਪਿਆ ਰਹੇ, ਇਸ ਕਾਰਨ ਹੈ। ਇਸ ਗੱਲ ਦਾ ਜਵਾਬ ਪਠਾਨਕੋਟ ਦੇ ਐਮਐਲਏ ਔਰ ਪਠਾਨਕੋਟ ਦੇ ਮੇਅਰ ਨੂੰ ਦੇਣਾ ਪਵੇਗਾ। ਔਰ ਮੈਂ ਇੱਕ ਅਵਾਰਾ ਪਸ਼ੂ ਜਿਹਦੀ ਸਮੱਸਿਆ ਦਾ ਸਮਾਧਾਨ ਦਾ ਪਹਿਲਾ ਪ੍ਰਯਾਸ ਸਾਡੇ ਨਾਲ ਸ਼ਮਸ਼ੇਰ ਠਾਕੁਰ ਜੀ, ਜਿਹੜੇ ਐਫਐਨਸੀਸੀ ਕਮੇਟੀ ਦੇ ਮੈਂਬਰ ਵੀ ਸੀਗੇ, ਅੱਜ ਮੰਡਲ ਦੇ ਅਧਿਕਸ਼ ਹੈ, ਪੂਰਵ ਕਾਉਂਸਲਰ ਹੈ, ਇਹਨਾਂ ਸਾਰਿਆਂ ਦੇ ਪ੍ਰਯਾਸਾਂ ਦੇ ਨਾਲ ਜਿਹੜਾ ਸ਼ੁਰੂ ਹੋਇਆ ਸੀ, ਅਸੀਂ ਕੈਟਲ ਪੌਂਡ ਦਾ ਨਿਰਮਾਣ ਕੀਤਾ, ਕਾਓਸੈਸ ਲੱਗ ਕੇ ਉਹਨਾਂ ਦਾ ਰੱਖ ਰਖਾਵ ਹੋ ਸਕੇ, ਇਹਦੀ ਯੋਜਨਾ ਅਸੀਂ ਬਣਾਈ। ਔਰ ਅੱਜ ਅਵਾਰਾ ਪਸ਼ੂਆਂ ਦਾ ਹਾਲ ਸ਼ਹਿਰ ਦੇ ਅੰਦਰ ਦੇਖ ਲਓ। ਸਾਨੂੰ ਅਗਰ ਪੁੱਛੀਏ, ਹੈਲਥ ਅਫਸਰ ਨਾਲ ਗੱਲ ਕਰੀਏ, ਉਹ ਟੈਂਡਰ ਖਤਮ ਹੋ ਗਿਆ ਜੀ। ਟੈਂਡਰ ਵਾਲਾ ਕੁਝ ਆਪਣੀਆਂ ਕੰਡੀਸ਼ਨਾਂ ਕਹਿੰਦਾ ਜੀ, ਮੇਰੀਆਂ ਕੰਡੀਸ਼ਨਾਂ ਅਮੈਂਡ ਕਰੋ। ਰੋਜ਼ ਐਕਸੀਡੈਂਟ ਹੋ ਰਹੇ ਆ। ਪਰਸੋਂ ਵੀ ਤੁਹਾਡੇ ਧਿਆਨ ਦੇ ਵਿੱਚ ਹੋਏਗਾ ਮਲਿਕਪੁਰ ਚੌਂਕ ਦਾ ਐਕਸੀਡੈਂਟ। ਅੱਜ ਵੀ ਤੁਹਾਡੇ ਮਾਧਿਅਮ ਦੇ ਨਾਲ ਸੂਚਨਾ ਮਿਲੀ ਹੈ ਕਿ ਇੱਕ ਹੋਰ ਅਵਾਰਾ ਪਸ਼ੂ ਨੇ, ਸਾਂਢ ਨੇ ਕਿਸੇ ਨੂੰ ਨੁਕਸਾਨ ਪਹੁੰਚਾਇਆ, ਜ਼ਖਮੀ ਕੀਤਾ, ਫੱਟੜ ਕੀਤਾ। ਜਿਸ ਲਈ ਅਸੀਂ ਕੈਟਲ ਪੌਂਡ ਦਾ ਨਿਰਮਾਣ ਕਰ ਲਿਆ, ਕਾਓਸੈਸ ਦੇ ਪੈਸਿਆਂ ਦੇ ਨਾਲ ਉਹਦੀ ਮੈਨੇਜਮੈਂਟ ਕਰ ਲਈ, ਤੇ ਪਠਾਨਕੋਟ ਦੇ ਲੋਕ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਸਮਾਧਾਨ ਤੋਂ ਵੰਚਿਤ ਕਿਉਂ ਰਹਿਣ। ਮੈਂ ਇਹ ਪ੍ਰਸ਼ਨ ਪਠਾਨਕੋਟ ਦੇ ਵਿਧਾਇਕ ਔਰ ਮੇਅਰ ਤੋਂ ਕਰਨਾ ਚਾਹੁੰਦਾ। ਔਰ ਆਖਿਰ ਦੇ ਵਿੱਚ ਅਸੀਂ ਸਮੇਂ-ਸਮੇਂ ਤੇ ਤੁਹਾਡੇ ਮਾਧਿਅਮ ਨਾਲ ਬਹੁਤ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ ਦੇ ਅੰਦਰ, ਧਰਨੇ ਵੀ ਹੋਣੇ, ਪ੍ਰਦਰਸ਼ਨ ਵੀ ਹੋਣੇ, ਇਹਨਾਂ ਦੀ ਕਾਰਗੁਜ਼ਾਰੀ ਅਸੀਂ ਦੇਖ ਰਹੇ ਸੀ। ਅਸੀਂ ਕੁਝ ਸਮਾਂ ਦੇਣਾ ਚਾਹੁੰਦੇ ਸੀ, ਅਸੀਂ ਕੁਝ ਸਮੇਂ ਦੇ ਵਿੱਚ ਇਹਨਾਂ ਨੂੰ ਪਰਖਣਾ ਚਾਹੁੰਦੇ ਸੀ ਕਿ ਗੱਲਾਂ ਹੀ ਕਰਦੇ ਆ ਕਿ ਕੋਈ ਕੰਮ ਵੀ ਕਰਨ ਦੀ ਤਰੀਕਾ ਜਾਂਚ ਹੈਗੀ ਇਹਨਾਂ ਨੂੰ। ਜਿਹੜੇ ਭਾਜਪਾ ਦੇ ਪਾਰਸ਼ਦਾਂ ਵੱਲੋਂ ਕਿਹਾ ਜਾਂਦਾ ਕਿ ਸਾਨੂੰ ਬਿਲਕੁਲ ਵੀ ਖੁੱਲ੍ਹ ਕੇ ਕੰਮ ਕਰਨਾ, ਮੈਂ ਉਹਦੇ ਬਾਰੇ ਦੇ ਵਿੱਚ ਹੀ ਆਖਿਰ ਦੇ ਵਿੱਚ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਭਾਰਤੀ ਜਨਤਾ ਪਾਰਟੀ ਦੇ ਜਿੱਥੇ ਇਲੈਕਟਿਡ ਪਾਰਸ਼ਦ ਹੈ, ਜਿਹੜੇ ਕਾਨੂੰਨ ਦੇ ਵਿੱਚ ਔਰ ਸੰਵਿਧਾਨ ਦੇ ਵਿੱਚ ਜਿਨ੍ਹਾਂ ਨੂੰ ਅਧਿਕਾਰ ਹੈ ਆਪਣੇ ਖੇਤਰ ਦੇ ਕੰਮ ਕਰਵਾਉਣ ਦਾ, ਆਪਣੇ ਇਲਾਕੇ ਦੇ ਵਿੱਚ ਜਿੱਥੇ ਕੰਮ ਹੋ ਰਿਹਾ ਉਹਦੀ ਕੁਆਲਿਟੀ ਦੀ ਜਾਂਚ ਕਰਨ ਦਾ, ਉਹਨੂੰ ਪਰਖਣ ਦਾ, ਔਰ ਕੰਮ ਠੀਕ ਤਰੀਕੇ ਦੇ ਨਾਲ ਹੋ ਰਿਹਾ ਕਿ ਨਹੀਂ ਹੋ ਰਿਹਾ ਇਸ ਗੱਲ ਬਾਰੇ ਸ਼ਿਕਾਇਤ ਕਰਨ ਦਾ, ਉਹਨਾਂ ਨੂੰ ਕਿਤੇ ਵੀ ਪੁੱਛਿਆ ਨਹੀਂ ਜਾ ਰਿਹਾ। ਕਿਤੇ ਵੀ ਉਹਨਾਂ ਦੀ ਜਾਣਕਾਰੀ ਦੇ ਵਿੱਚ ਗੱਲ
ਨਹੀਂ ਲਿਆਈ ਜਾ ਰਹੀ, ਇਹਦੇ ਪਿੱਛੇ ਕੀ ਕਾਰਨ ਹੈ, ਇਹਦੀ ਤੁਹਾਨੂੰ ਜਾਂਚ ਕਰਨੀ ਚਾਹੀਦੀ ਹੈ। ਔਰ ਕਾਂਗਰਸ ਦੇ ਕੋਈ ਵਰਕਰ ਹੋਣਗੇ, ਮੈਂ ਨਹੀਂ ਕਹਿੰਦਾ ਉਹਨਾਂ ਨੂੰ ਸੂਚਨਾ ਦਿਓ, ਲੇਕਿਨ ਜਿਹੜਾ ਇਲੈਕਟਿਡ ਪਾਰਸ਼ਦ ਹੈ ਉਹਦੀ ਸੁਣਵਾਈ ਜ਼ਰੂਰ ਹੋਣੀ ਚਾਹੀਦੀ ਹੈ। ਬੀਜੇਪੀ ਸਮੇਂ ਆ ਗਿਆ ਸੜਕਾਂ ਤੇ ਆਏਗੀ, ਹਰ ਤਰੀਕੇ ਦੇ ਆਪਣੇ ਲੋਕਤਾਂਤਰਿਕ ਅਧਿਕਾਰ ਦਾ ਪਾਲਨ ਕਰੇਗੀ ਔਰ ਇਸ ਗੱਲ ਦਾ ਪੁਰਜ਼ੋਰ ਵਿਰੋਧ ਕਰੇਗੀ। ਮੈਂ ਅਫਸਰਾਂ ਨੂੰ ਵੀ ਤੁਹਾਡੇ ਮਾਧਿਅਮ ਦੇ ਨਾਲ ਕਹਿਣਾ ਚਾਹੁੰਦਾ ਕਿ ਹੁਣ ਇਸ ਸਰਕਾਰ ਦੇ 3 ਮਹੀਨੇ ਦਾ ਸਮੇਂ ਰਹਿ ਗਿਆ। ਹੁਣ ਜਿਸ ਤਰੀਕੇ ਦੇ ਨਾਲ ਜੀ ਹਜ਼ੂਰੀ, ਜਿਸ ਤਰੀਕੇ ਦੇ ਨਾਲ ਇਲੈਕਟਿਡ ਰਿਪਰੈਜ਼ੈਂਟੇਟਿਵ ਦੇ ਅਧਿਕਾਰਾਂ ਦਾ ਹਨਨ ਤੁਹਾਡੇ ਰਾਹੀਂ ਪਠਾਨਕੋਟ ਦੇ ਅੰਦਰ ਹੋ ਰਿਹਾ, ਉਹਨੂੰ ਬੰਦ ਕਰੋ, ਇੱਕਦਮ ਬੰਦ ਕਰੋ। ਔਰ ਕਾਰਪੋਰੇਟਰ ਨੂੰ ਪੁੱਛ ਕੇ ਉਹਦੀ ਜਾਣਕਾਰੀ ਦੇ ਵਿੱਚ ਲਿਆ ਕੇ ਕੋਈ ਵੀ ਕੰਮ ਪਠਾਨਕੋਟ ਨਗਰ ਨਿਗਮ ਦੇ ਅੰਦਰ ਕਰੋ, ਤਾਂ ਕਿ ਲੋਕਾਂ ਨੂੰ ਸਹੀ ਜਿਹੜਾ ਸਰਕਾਰ ਦਾ, ਜਿਹੜਾ ਲੋਕਾਂ ਦਾ ਪੈਸਾ ਹੈ, ਉਹਦਾ ਲਾਭ ਮਿਲ ਸਕੇ। ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਅਸੀਂ ਆਉਣ ਵਾਲੇ ਹਫ਼ਤੇ ਦੇ ਅੰਦਰ ਦੁਬਾਰਾ ਤੁਹਾਡੇ ਨਾਲ ਕਰਾਂਗੇ ਔਰ ਉਦੋਂ ਤੱਕ ਦੇਖਾਂਗੇ ਅਗਰ ਇਹਦਾ ਨਹੀਂ ਕੋਈ ਹੱਲ ਨਿਕਲਿਆ ਤੇ ਬੀਜੇਪੀ ਸੜਕਾਂ ਤੇ ਆਏਗੀ ਔਰ ਲੋਕਾਂ ਨੂੰ ਇਨਸਾਫ ਮਿਲੇ, ਇਲੈਕਟਿਡ ਰਿਪਰੈਜ਼ੈਂਟੇਟਿਵਸ ਨੂੰ ਉਹਨਾਂ ਦਾ ਅਧਿਕਾਰ ਮਿਲੇ। ਇਹਦੇ ਬਾਰੇ ਦੇ ਵਿੱਚ ਪੁਰਜ਼ੋਰ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਦੇ ਅੰਦਰ ਕਰਨ ਵਾਲੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੈਨੂੰ ਆਸ ਹੈ ਕਿ ਤੁਹਾਡੇ ਰਾਹੀਂ ਜਿਸਲੇ ਗੱਲ ਅਫਸਰਾਂ ਤੱਕ, MLA ਔਰ ਮੇਅਰ ਤੱਕ ਪੁੱਜੇਗੀ, ਜ਼ਰੂਰ ਉਹਨਾਂ ਦੀਆਂ ਅੱਖਾਂ ਖੁੱਲਣਗੀਆਂ, ਉਹ ਚੁਕੰਨੇ ਹੋਣਗੇ ਔਰ ਬਾਕੀ ਰਹਿੰਦੇ ਸਮੇਂ ਦੇ ਅੰਦਰ ਕਾਨੂੰਨ ਦੇ ਹਿਸਾਬ ਦੇ ਨਾਲ ਔਰ ਜਿਸ ਤਰੀਕੇ ਢੰਗ ਦੇ ਨਾਲ ਇੱਕ ਇਲੈਕਟਿਡ ਰਿਪਰੈਜ਼ੈਂਟੇਟਿਵ ਨੂੰ ਕੰਮ ਕਰਨਾ ਚਾਹੀਦਾ, ਉਸ ਤਰੀਕੇ ਦੇ ਨਾਲ ਕੰਮ ਕਰਨਗੇ। ਬਹੁਤ ਬਹੁਤ ਧੰਨਵਾਦ।